ਭਗਤੀ ਕਾਲ ਦੇ ਦੌਰ ਵਿੱਚ ਸ਼੍ਰੀ ਨਾਮਦੇਵ ਜੀ ਮਹਾਰਾਜ ਵੀ ਭਗਤਾਂ ਦੇ ਚੋਂ ਇੱਕ ਉੱਗੇ ਭਗਤ ਹੋਏ ਹਨ। ਆਪ ਦੀ ਮਾਤਾ ਗੌਨਾ ਬਾਈ ਔਰ ਆਪ ਦੇ ਪਿਤਾ ਦਾ ਨਾਮ ਰਾਮ ਸੇਠੀ ਸੀ। ਨਰਸੀ ਬਾਮਣੀ ਪਿੰਡ ਨਾਮਕ ਗ੍ਰਾਮ ਦੇ ਵਿੱਚ ਕਸਬੇ ਵਿੱਚ ਆਪ ਦਾ ਜਨਮ ਹੋਇਆ, ਜੋ ਜ਼ਿਲ੍ਹਾ ਸਿਤਾਰਾ ਵਿੱਚ ਹੈ। ਬਚਪਨ ਤੋਂ ਹੀ ਮਾਂ-ਬਾਪ ਤੋਂ ਪਾਵਨ ਸੰਸਕਾਰ ਮਿਲਣ ਦੇ ਕਾਰਨ ਆਪ ਦਾ ਰਜੂ ਬਚਪਨ ਤੋਂ ਹੀ ਭਗਤੀ ਭਾਵਨਾ ਵਾਲਾ ਸੀ, ਪ੍ਰਭੂ ਦੀ ਤਰਫ ਸੀ। ਬੱਚਿਆਂ ਦੇ ਨਾਲ ਖੇਡਦੇ ਆਇਆਂ ਵੀ ਆਪ ਹਰੀ ਚਿੰਤਨ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੋਏ। ਦੁਨਿਆਵੀ ਤਾਲੀਮ ਆਪ ਨੇ ਹਾਸਲ ਕੀਤੀ, ਲੇਕਿਨ ਆਪ ਦੇ ਅੰਦਰ ਨਿਰਗੁਣ ਬ੍ਰਹਮ ਦੀ ਉਪਾਸਨਾ ਪ੍ਰਬਲ ਰੂਪ ਵਿੱਚ ਘਰ ਕਰਦੀ ਗਈ। ਇਹ ਗੱਲ ਵੱਖਰੀ ਹੈ ਕਿ ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਤੇ ਦੇਸ਼ ਦੀ ਬਣੀ ਹੋਈ ਸੰਸਕ੍ਰਿਤੀ ਦੇ ਮੁਤਾਬਕ ਆਪ ਕੁਝ ਮੰਦਰਾਂ ਦੇ ਦਰਸ਼ਨ ਕਰਨ ਲਈ ਵੀ ਗਏ, ਜੈਸੇ ਕਿ ਆਪ ਦੀ ਬਾਣੀ ਤੋਂ ਵੀ ਪਤਾ ਚੱਲਦਾ ਹੈ। ਲੇਕਿਨ ਮੰਦਰ ਦੇ ਵਿੱਚ ਜੋ ਆਪ ਨਾਲ ਵਿਵਹਾਰ ਹੋਇਆ ਉਸ ਦਾ ਵੀ ਆਪ ਜ਼ਿਕਰ ਕਰਦੇ ਨੇ। ਹਸਤ ਖੇਲਤ ਤੇਰੇ ਦੇਹਵਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮੰਦਰ ਦੇ ਵਿੱਚ ਭਗਤੀ ਕਰਦਿਆਂ, ਪ੍ਰਭੂ ਦੇ ਗੀਤ ਗਾਉਂਦਿਆਂ ਕਿਉਂ ਉਠਾਏ ਗਏ, ਕਿਉਂ ਬਾਹਰ ਕੱਢੇ ਗਏ? ਕਿਉਂਕਿ ਸ਼ੂਦਰ ਜਾਤੀ ਦੇ ਸਨ ਤੇ ਸ਼ੂਦਰ ਜਾਤੀ ਲਈ ਮੰਦਰਾਂ ਦਾ ਪ੍ਰਵੇਸ਼ ਬੰਦ ਸੀ। ਆਪ ਸਵੈਂ ਕਹਿੰਦੇ ਨੇ, ਹਸਤ ਖਲਿਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਮੋਕੋ ਕਾਹੇ ਕੋ ਆਇਆ। ਭਗਤੀ ਭਾਵ ਵਿੱਚ ਭਿੱਜੇ ਗੀਤ ਆਪ ਜੋ ਗਾ ਰਹੇ ਸਨ ਤੇ ਮੰਦਰਾਂ ਵਿੱਚ ਜੋ ਕਥਾ ਕੀਰਤਨ ਹੁੰਦਾ ਸੀ ਉਸ ਦੇ ਜੋ ਸੁਣਨ ਦਾ ਆਪ ਦੇ ਅੰਦਰ ਸ਼ੌਕ ਸੀ, ਲੇਕਿਨ ਬ੍ਰਾਹਮਣਾਂ ਦਾ ਜੋ ਵਿਵਹਾਰ ਸੀ ਉਸ ਤੋਂ ਦੁਖਤ ਹੋ ਕੇ ਆਪ ਕਹਿੰਦੇ ਨੇ, ਛੀਪੇ ਕੇ ਜਨਮ ਮੋਕੋ ਕਾਹੇ ਕੋ ਆਇਆ। हे ਪ੍ਰਭੂ, ਤੂੰ ਛੀਂਬੇ ਦੇ ਘਰ ਮੈਨੂੰ ਜਨਮ ਕਿਉਂ ਦਿੱਤਾ? ਕਿਉਂਕਿ ਭਗਤੀ ਕਰਨ ਦਾ ਅਖਤਿਆਰ ਲੋਕੀ ਮੈਨੂੰ ਨਹੀਂ ਦਿੰਦੇ। ਮੰਦਰਾਂ ਦੇ ਚੋਂ ਧੱਕੇ ਮਾਰ ਕੇ ਕੱਢਦੇ ਨੇ। ਲੈ ਕਮਲੀ ਚਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ। ਆਖਿਰ ਆਪਣਾ ਚਦਰਾ ਵਿਛਾ ਕੇ ਜਿਸ ਦੇ ਉੱਤੇ ਉਹ ਬੈਠਾ ਹੋਇਆ ਸੀ ਉਹਨੂੰ ਸੰਭਾਲ ਕੇ ਸਮੇਟ ਕੇ ਮੰਦਰ ਦੇ ਪਿਛਵਾੜੇ ਜਾ ਬੈਠਾ। ਆਪ ਦਾ ਹੀ ਵਾਕ ਹੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਾ ਦੇਹੁਰਾ ਫਿਰੇ। ਜੈਸੇ ਜੈਸੇ ਉਹ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਵਿੱਚ ਲੀਨ ਹੁੰਦੇ ਨੇ, ਵੈਸੇ ਵੈਸੇ ਮੰਦਰ ਫਿਰਦਾ ਹੈ। ਔਰ ਮੰਦਰ ਦਾ ਜੋ ਮੁੱਖ ਦੁਆਰ ਸੀ ਉਸ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ, ਮੂਰਤੀਆਂ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਔਰ ਪੰਡਿਆਂ ਦੀ ਤਰਫ ਪਿਛਵਾੜਾ। ਫੇਰ ਦਿਆ ਨਾਮੇ ਕੋ ਦੇਹੁਰਾ, ਪੰਡਿयन को पिछवाड़ ला। साहिब श्री गुरु नानक देव जी महाराज का भी फरमान है, हंकारियां निंदकां पिठ दे, नाम देव मुख लाया। ये मंदिर गौंडा दे अज भी मौजूद है। श्री सचखंड हजूर साहब तो गालबन 40 मील की दूरी ते औरंगाबाद रोड दे उत्ते ये गौंडा नाम का बहुत वड्डा तीरथ है। इस औंडा नाम दे तीरथ के उत्ते ही श्री नामदेव जी महाराज ने ये प्रभु दे गीत गाए ते आप नूं धक्के मार के बाहर कढ़िया गया। ये मंदिर इतिहासक मंदिर है और कस्बे दा नाम औंडा है। महाराष्ट्र दे बेशुमार तीर्थां दे चों ये स्थान भी तीर्थ सतल करके बहुत मशहूर है। और श्री नामदेव जी महाराज का भी स्थान इस मंदिर दे अज बनिया है। भावें आप शरीरक रूप दे जद मौजूद सन तां आप नूं धक्के मार के बाहर कढ़िया गया, लेकिन अज उन्हां दी मूर्ति मंदिर दे द्वार तो बाहर स्थापन कीती हुई है। और दूरों ही पुजारी आवाज़ मार देन, संत नामदेव दे दर्शन करो, संत नामदेव दे दर्शन करो। लेकिन ये अजूबा पृथ्वी ते मौजूद है कि मूर्तियां दा मुंह एक पासे है,
ਮੰਦਰ ਦਾ ਮੂੰਹ ਦੂਸਰੇ ਪਾਸੇ। ਔਰ ਇਹ ਅਜੂਬਾ ਕਹਿੰਦੇ ਨੇ श्री नामदेव जी महाराज करके होया, क्योंकि आप नु जब धक्के मार के बाहर कढ़िया गया, आप पिछे जा बैठे तो मूर्तियां ने भी रुख नामदेव दी तरफ ही कर लिया। खैर महाराष्ट्र दे भ्रमण करदियां प्रभु गीत गाउंदियां आप मनुखता लई एक पवित्र माहौल बना रहे सन। दरअसल भगत दा होना ही वातावरण दा पवित्र होना है। ਉਹਦੇ शरीर ਦੇ ਚੋਂ जो लहरां निकलदियां ने, तिरंगा निकलदियां ने, वो आस पास दे माहौल ਨੂੰ पवित्र करदियां ने। जैसे कि भगत कबीर ਦਾ कहना है, कबीर सो मुख धन है जय मुख कहिए राम, देही किसकी बापुरी पवित्र होएगो ग्राम। देही ਦਾ ਤੇ ਕਹਿਣਾ कि एक सुरत होके जो प्रभु गीत उचारण करने ने, प्रभु सिमरन करना है, ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ, सारा शहर पवित्र हो जाता है। तो नामदेव ने थां थां ते महाराष्ट्र दे भ्रमण करना आरंभ किया। इस तो बाद आपने समस्त भारत दा भी रटन किया। दहली दे जद आप आए ते आप दे भक्ति भाव दे संगीत ने जद श्रोतियां दे मनां ते अपना प्रभाव पाया ते आप दे आले दुआले बहुती भीड़ इकट्ठी हुई। ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ, ਜਿਹਨੂੰ ਕਹਿੰਦੇ ਨੇ ਸੱਤ ਤੇ ਸਤਾ ਦਾ ਝਗੜਾ। ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ ਰਾਸ ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ, ਇਤਨਾ ਇਕੱਠ। ਇਸ ਤੋਂ ਸਤਾਧਾਰੀ ਕਈ ਦਫਾ ਖਤਰਾ ਮਹਿਸੂਸ ਕਰਦੇ ਨੇ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ, ਤੇ ਇਹ ਭੀੜ ਕਿਸੇ ਵਕਤ ਸਾਡੇ ਲਈ ਦੁਖਦਾਈ ਸਾਬਤ ਨਾ ਹੋਵੇ। ਲਿਹਾਜ਼ਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਵਿੱਚ ਲੈ ਲਿਆ ਗਿਆ ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਇਹ ਕਪਲਾ ਗਊ ਮਰ ਗਈ ਹੈ, ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਤੇ ਤੈਨੂੰ ਛੱਡਾਂਗਾ, ਵਰਨਾ ਨਹੀਂ। ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ 'ਚ ਹੈ। ਹਮਰਾ ਕੀਆ ਕਛੂ ਨਾ ਹੋਏ, कर है राम होए है सोए। ये जन्म ते मरण राम दे हथ दे च न के मेरे हथ दे च। सुल्तान क्रोध दे च आया, गुस्से दे च आया और जेल दे च नामदेव जी महाराज नू बंद कर दिता गया। दहली दे पतवंतिया ने आखिर सोचा कि कीमती इंसान है, भगत है, और ऐसा ना होए कि राजहट दे सामने इसकी कीमती जान चली जाए। तो सारे पतवंते सुल्तान नू समझाण लई गए। जद भी कदी राजहट ते भगती दा हट आपस दे टकरांदा है तो वाकई राजहट लई एक कयामत ही नाज़िल होंदी है। ऐसा आद काल तो चले आ रहा है। भगत हट करदा है अपनी सच्चाई ते, पर सताधारी हट करदा है अपनी सता ते, अपनी झूठ ते। जैसे कि गुरु गोबिंद सिंह जी महाराज भी कहते ने, तो रा तर्क ताजी ब मकरो रया, मरा चारा साजी ब सिदको सफा। मैं सिदक ते खड़ा, सच्चाई ते खड़ा, सफाई ते खड़ा, ऐ सुल्तान तू झूठ ते खड़ा है, फरेब ते खड़ा है। फरेब ते खड़ा तो इस तो अगां पिछा नहीं होना चाहता है, तेरा हट है, पर सच ते मैं खड़ा, मैं भी इधर उधर नहीं होना चाहता, ये मेरा हट है। सत ते सताधारियां दी आद काल तो ही नहीं बनी। सताधारी सतवादियां दे गुण उन्हां दे आले दुआले श्रद्धालुआं दी भीड़ नूं वेख के औखे हुंदे रहे ने, ते सतवादी सताधारियां दे झूठ नाल कदी सहमत नहीं होंदे रहे। तो नामदेव भी सहमत ना होए। सुल्तान ने कह दिता नामदेव नूं करड़ी तो करड़ी सजा देंगे। लेकिन जब दिल्ली दे पतवंते सुल्तान दे कोल पहुंचे ते कहने लगे ये कीमती मनुख है, इसदी होंद मनुखता दी तामीर दे सहायक होंदी है, मददगार होंदी है। ये ते चंदन दा वृक्ष है, चलदा फिरदा खुशबुआं वंडदा है, शीतलता वंडदा है, इनू छोड़ दो।
ਸੁਲਤਾਨ ਕਹਿੰਦੇ ਨੇ ਮੈਂ ਕਿਸੇ ਕੀਮਤ ਤੇ ਵੀ ਨਹੀਂ ਛੱਡਣਾ, ਇੱਕੋ ਹੀ ਸ਼ਰਤ ਹੈ ਮੋਈ ਹੋਈ ਗਊ ਇਹ ਜਵਾ ਦੇਵੇ। ਪਰ ਮੋਈ ਹੋਈ ਗਊ ਨੂੰ ਜਵਾਨ ਤੋਂ ਨਾਮਦੇਵ ਨੇ ਇਨਕਾਰ ਕੀਤਾ ਹੈ। ਦਿੱਲੀ ਦੇ ਧਨਾੜ ਸੇਠਾਂ ਨੇ, ਭਗਤਾਂ ਨੇ ਆਖਰ ਸੁਲਤਾਨ ਨੂੰ ਕਿਹਾ ਕਿ ਨਾਮਦੇਵ ਦੇ ਸਰੀਰ ਦਾ ਜੋ ਵਜ਼ਨ ਹੈ, ਇਤਨੇ ਵਜ਼ਨ ਦਾ ਸਾਡੇ ਕੋਲ ਸੋਨਾ ਲੈ ਲਓ, ਚਾਂਦੀ ਲੈ ਲਓ, ਨਾਮਦੇਵ ਨੂੰ ਛੱਡ ਦਿਓ। ਤਾਂ ਸੁਲਤਾਨ ਕਹਿੰਦਾ ਮਾਲ ਲਓ ਤਾਂ ਦੋਜ਼ਖ ਭਰੋ, ਮੈਂ ਦੋਜ਼ਖਾਂ ਦੇ ਚ ਨਹੀਂ ਜਾਣਾ, ਮੈਂ ਧਨ ਮਾਲ ਲੈ ਕੇ ਇਸ ਕਾਫਰ ਨੂੰ ਨਹੀਂ ਛੱਡਣਾ। ਤੋ ਸਾਰੇ ਪਤਵੰਤੇ ਹੱਥ ਜੋੜ ਕੇ ਸੁਲਤਾਨ ਨੂੰ ਕਹਿੰਦੇ ਨੇ ਮੋਈ ਹੋਈ ਗਊ ਨਾਮਦੇਵ ਨਹੀਂ ਜਵਾਣਾ ਚਾਹੁੰਦੇ, ਧਨ ਮਾਲ ਤੁਸੀਂ ਨਹੀਂ ਲੈਣਾ ਚਾਹੁੰਦੇ, ਤਾਂ ਕੋਈ ਤੀਸਰਾ ਤਰੀਕਾ ਕੱਢੋ, ਕੋਈ ਤੀਸਰਾ ਮਾਰਗ ਕੱਢੋ ਤਾਂ ਕਿ ਨਾਮਦੇਵ ਦੀ ਬੰਦ ਖਲਾਸੀ ਹੋ ਸਕੇ। ਤਾਂ ਤੀਸਰਾ ਤਰੀਕਾ ਸੁਲਤਾਨ ਨੇ ਕਿਹਾ ਇੱਕੋ ਹੀ ਹੈ, ਇਹ ਰਾਮ ਕਹਿਣਾ ਛੱਡ ਦੇਵੇ, ਇਹ ਖੁਦਾ ਖੁਦਾ ਦਾ ਰਟਨ ਕਰੇ। ਨਾਮਦੇਵ ਨੂੰ ਜਦ ਇਹ ਗੱਲ ਆਖੀ ਗਈ ਤਾਂ ਕਹਿਣ ਲੱਗੇ ਨਹੀਂ, ਮੈਂ ਆਪਣੇ ਹੱਠ ਤੇ ਕਾਇਮ ਹਾਂ। ਉਸ ਸਮੇਂ ਭਰਮਣ ਦੇ ਵਿੱਚ ਨਾਮਦੇਵ ਜੀ ਦੀ ਮਾਤਾ ਵੀ ਨਾਮਦੇਵ ਜੀ ਦੇ ਨਾਲ ਸਨ ਤੇ ਮਾਂ ਨੇ ਕਹਿ ਦਿੱਤਾ ਛੋੜ ਰਾਮ ਕੀਨਾ ਭਜੇ ਖੁਦਾਏ, ਛੱਡ ਜਾਨ ਬਚਦੀ ਹੈ, ਖੁਦਾ ਖੁਦਾ ਕਹਿਣਾ ਆਰੰਭ ਕਰ। ਨਾਮਦੇਵ ਕਹਿੰਦੇ ਨਹੀਂ, मैं ऐसा नहीं करना, कतई नहीं करना। ते मां कहन लगी मैं ते कई दफा तेरी जबान तो अल्लाह दी धुनी सुनी है, खुदा दे गीत सुने ने, ते तुम आप ही ते कहंदा रहे हैं राम ते खुदा दे कोई भेद नहीं है, और तू ऐसे गीत गांदा रहे। नामदेव जी महाराज का ऐसा एक पावन पवित्र वाक गुरु ग्रंथ साहब जी महाराज दे मौजूद है। मैं अंध ले की टेक तेरा नाम खुंदकारा, मैं गरीब मैं मस्कीन तेरा नाम है आधारा, करीमा रहीमा अल्लाह तू गनी। ये शब्द नामदेव जी महाराज का। करीमा रहीमा अल्लाह तू गनी, हाजरा हजूर दरपेश तो मनी, दरियाओ तू दहिंद तू बिस्यार तू धनी, देह लेह एक तू दिगर को नहीं, तू दाना तू बीना मैं विचार क्या करी, नामे चे स्वामी बख्शिंद तो हरी। ये जितने भी नाम नामदेव जी महाराज ने उच्चारण किए ने करीबन करीबन इस्लामी ने। करीमा रहीमा अल्लाह तू गनी, हाजरा हजूर दरपेश तो मनी। तो ये सारे नाम इस्लामी ने। मां ने कहा तू ते कई दफा अल्लाह अल्लाह दी धुन रटना है, कई दफा करीम करीम रहीम रहीम करके उच्चारण करदा। अज की है, अज कह दे जान बख्शी हो जाएगी। तो श्री नामदेव जी महाराज अपनी माता नूं कहंदे ने उदों जद मैं अल्लाह दा नाम उच्चारण करदा अपनी मौज दे च, अपनी मस्ती दे च, लेकिन अज आखांगा ते मजबूरी दे च। जे अज आखांगा तां जबर हेठ, अज आखांगा तां दबाव हेठ, तो दबाव हेठ कहण वास्ते मैं तैयार नहीं, दबाव दे विच आके ते मैं राम कहण नूं भी तैयार नहीं। मैं खुदा किस तरह आखांगा, मौज नाल कहना, मस्ती नाल कहना, लिहाजा मैं ऐसा नहीं करांगा। कहंदे ने कि सात घड़ी जब बीती सुनी, अजू न आए त्रिभुवन धनी। नामदेव जी महाराज ने प्रार्थना की थी, हे प्रभु मैं अपना फैसला तेरे हाथ छोड़दा, जो तेरी मर्जी। प्रभु अपनी वड्याई चाहंदा जन का जयकार कराई, ऐसा हो जाता है। कई दफा प्रभु दी वड्याई भगतां दे जय जयकार तो प्रगट होंदी है, संतां दे जय जयकार तो प्रगट होंदी है। कहंदे ने मोई हुई गऊ उठ खड़ोई और बादशाह दे पेट दे सूल पै गए, दर्द होना शुरू होया। इधर मोई हुई गऊ जद जिंदा हुई इस करामात नूं वेख्या, दूसरे पासे शरीर दे अथाह पीड़ा नूं वेख्या तां अपनी करनी ते शर्मसार होया, पछतावा पैदा होया। आके नामदेव दी
ਕਦਮਬੋਸੀ ਕੀਤੀ। ਨਾਮਦੇਵ ਦੇ ਕਦਮਾਂ ਤੇ ਆ ਕੇ ਮੱਥਾ ਟੇਕਿਆ। ਤਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜਾ। ਹਰ ਯੁੱਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ, ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ। ਸ਼੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ ਥਾਂ ਪਰ ਥਾਂ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਢਰਪੁਰ ਆਏ। ਪੰਢਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਔਂਡੇ ਦੇ ਵਿੱਚ ਹੋਇਆ। ਕਿਉਂ ਕਿ ਪੰਢਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜ਼ਾਤ ਦੇ ਛਿੰਭਾ ਨੇ ਔਰ ਨਵੇਂ ਕੱਪੜਿਆਂ ਨੂੰ ਖੁੰਭ ਤੇ ਚਾੜ ਕੇ ਧੋ ਕੇ ਤੇ ਫਿਰ ਉਹਨਾਂ ਨੂੰ ਰੰਗਣਾ, ਇਹ ਨਾਮਦੇਵ ਦੀ ਕਿਰਤ ਸੀ, ਨਾਮਦੇਵ ਦਾ ਧੰਦਾ ਸੀ। ਲੇਕਿਨ ਭਗਤੀ ਭਾਵ ਦੇ ਗੀਤ ਇਸ ਢੰਗ ਨਾਲ ਚਾਰੋਂ ਪਾਸੇ ਖਿਲੇਰੇ ਕਿ ਪੰਢਰਪੁਰ ਦੇ ਵਸਨੀਕ ਆਪ ਦੀ ਪਰਿਕਰਮਾ ਕਰਨ ਲੱਗੇ, ਭੁੱਲ ਗਏ ਕਿ ਇਹ ਸ਼ੂਦਰ ਹੈ। ਆਖਿਰ ਤਾਰਕਿਕ ਪੁਰੋਹਿਤ ਲੋਕਾਂ ਨੇ, ਵਿਦਵਾਨਾਂ ਨੇ ਆਪ ਤੋਂ ਪੁੱਛਿਆ ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜਿਆ, ਕੀ ਯੁਕਤੀ ਹੈ, ਕੀ ਯੁਕਤੀ ਹੈ, ਆਖਿਰ ਢੰਗ ਕੀ ਵਰਤਿਆ, ਤੌਰ ਤਰੀਕਾ ਕੀ ਵਰਤਿਆ। ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ ਤਾਂ ਆਪ ਨੇ ਸਾਫ਼ ਕਹਿ ਦਿੱਤਾ ਸੀ, ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨਈ ਬਿਦ ਨਿਖੇਦ, ਬਿਧੀ ਨਿਸ਼ੇਧ, ਕੋਈ ਵਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ। ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ। ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਮਨੁੱਖ ਦੇ ਅੱਗੋਂ ਰੱਖ ਦਈਏ ਤੇ ਉਹ ਪੀਣ ਦਾ ਢੰਗ ਪੁੱਛੇ, ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ, ਵਿਧੀ ਕੀ ਹੈ, ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ। 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖ ਦਈਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ, ਭੋਜਨ ਕਰਨ ਦਾ ਢੰਗ ਕੀ ਹੈ, ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ, ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ, ਉਹ ਛਕਣ ਲੱਗ ਪੈਂਦਾ ਹੈ, ਖਾਣ ਲੱਗ ਪੈਂਦਾ ਹੈ। ਢੰਗ ਤੌਰ ਤਰੀਕੇ ਦਾ ਪੁੱਛਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ। ਸ਼੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ, ਢੰਗ ਕੀ ਹੈ, ਤੌਰ ਤਰੀਕਾ ਕੀ ਹੈ। ਕਬੀਰ ਕਹਿੰਦੇ ਜਦ ਮਨੁੱਖ ਦੇ ਅੰਦਰ ਸਤਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ, ਭੁੱਖ ਪੈਦਾ ਹੁੰਦੀ ਹੈ, ਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਅਲਾਪਨ ਲੱਗ ਪੈਂਦਾ ਹੈ, ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ ਹੈ। ਜੈਸੇ ਭੁੱਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ ਹੈ। ਸਤਸੰਗ ਦੇ ਵਿੱਚ ਬੈਠਦਿਆਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ। ਤਰੀਕਾ ਆਪ ਦੇ ਕੋਲ ਪੁੱਛਿਆ ਗਿਆ, ਦੱਸੋ ਨਾਮਦੇਵ ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ। ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ। ਦੋ ਇੱਟਾਂ ਨੂੰ ਜੋੜਨਾ ਹੈ, ਗਾਰਾ ਚਾਹੀਦਾ ਹੈ। ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ। ਦੋ ਕੱਪੜਿਆਂ ਨੂੰ ਜੋੜਨਾ ਹੈ, ਸੂਈ ਧਾਗਾ ਚਾਹੀਦਾ ਹੈ। ਦੋ ਲੱਕੜਾਂ ਨੂੰ ਜੋੜਨਾ ਹੈ, ਸਰੇਸ਼ ਚਾਹੀਦੀ ਹੈ। ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ, ਕਿਵੇਂ ਜੋੜਿਆ। तो आप दा गुरु ग्रंथ साहब जी महाराज दे च बड़ा कीमती वाक है कि सोने की सोई रुपए का धागा नामे का चित हरसों लागा। नामदेव ने अपना चित हरि नाल जोड़ लिया। किवें जोड़िया, किस तरह जोड़िया? सुई धागे नाल सी लिया। सुई केड़ी? सोने दी। धागा केड़ा? चांदी दा। सोने की सुई रुपए का धागा नामे का चित हरसों लागा। सोने दी सुई की है? गुरु दा शब्द, गुरु दा मंत्र, गुरमंत्र, ये सोने दी सुई है। धागा की है? ओदे च ध्यान जोड़ना, ओदे च सुरत जोड़नी, ये धागा है। जैसे वाहिगुरु वाहिगुरु दा उच्चारण करिए, ये ते सोने दी सुई है, पर ये ध्यान जोड़िए, ये धागा है। ते ध्यान
ਦੇ ਨਾਲ ਹੀ ਮਨੁੱਖ ਸੁਣ ਸਕੇਗਾ, ਉਂਝ ਸੁਣ ਵੀ ਨਹੀਂ ਸਕੇਗਾ। जैसे कि एक उच्ची उच्ची बोल रहा होंदा है, दूसरा सुन रहा होंदा है, ते सुनने वाला अचनचेत कह दिंदा मित्रा ये गल फिर आखो नहीं सुनी, क्यों नहीं सुनी? कहंदा मेरा ध्यान किसी होर पासे चला गया। तो ध्यान धागा है। इसनूं गुरु नानक देव जी महाराज इंज कहंदे ने, धुन में ध्यान, ध्यान में जानिया गुरमुख अकथ कहानी। तो गुरु दा जो मंत्र है ये सोयने दी सोई है, और इस दे विच जो मैं अपनी सुरत जोड़ी है, ध्यान जोड़िया है, ये धागा है। सुई चलती रही, धागा नाल चलता रहा, मेरा हिरदा प्रभु दे नाल सिलदा गया, जुड़दा गया। आम जगत दे देखण दे आया है कि मनुखां कोल सुई ते है, धागा नहीं। राम राम रटन कर रहे ने, ध्यान नहीं है। वाहिगुरु वाहिगुरु दा उच्चारण कर रहे ने, ध्यान नहीं है। तो सोने की सुई ते चल रही है, धागा नहीं है। बिन धागे बिन सुई आनी, धागे तो बिना सुई की करे? किस तरह सीवेगी, किस तरह जोड़ेगी? तो धुन दे ध्यान दा जोड़ना, शब्द दे सुरत दा जोड़ना, मंत्र दे ध्यान दा जोड़ना इंज है जैसे सुई दे धागा जो है परोरना। इस ढंग नाल जद सुई चलदी है ते नाल धागा चलदा है, मनुख दा हिरदा प्रभु नाल जुड़ जांदा है। यही आप कह रहे ने, सोने की सुई रुपए का धागा, नामे का चित हर सौ लागा। हरि नाल चित जुड़ गया, ते हरि ते आनंद स्वरूप है। आनंद स्वरूप नाल जुड़दियां ही आनंदमयी अवस्था मनुख दी बन जाती है। गुरु अर्जन देव जी महाराज दा भी फरमान है, चित्ते चित मिलाए ता होवे रंग घना। परमात्मा दे चित नाल तू अपना चित जोड़, अथा रंग बनेगा, अथा सुख बनेगा। क्यों कि मित का चित अनूप, सो मरम न जाने। परमात्मा दा चित अति सुंदर है, आनंदमयी है, रहस्यमयी है, गुण निधान है। प्रभु दा ऐसा चित जिहदे च सारे गुण ने, सारा आनंद है, सारियां सुगंधियां ने, सारा खेड़ा है, सारा स्वप्न है। जैसे कोई प्रभु दे चित नाल अपना चित जोड़दा है, जगत दी सारी स्वप्न नाल उसने अपना चित जोड़िया, जगत दे सारे संगीत नाल उसने अपना चित जोड़िया। जैसे उस परम संगीत दे नाल ते परम स्वप्न दे नाल चित जुड़दा है, मनुख दे अंदर भी परम स्वप्न ते संगीत का जन्म होंदा है। मित का चित अनूप सो मरम न जाने, गाहक गुनी अपार सो तत् पछाने। चित्ते चित मिलाए ता होवे रंग घना, हरहा चंचल चोरे मार ता पावे सुख घना। क्योंकि परमात्मा दे चित दे परम नाद है, परम संगीत है, उस नाल जुड़दे हां। परम संगीत दियां धुनियां मनुख दे अंदर वजणियां शुरू हो जांदियां ने। उस दा जिक्र श्री नामदेव जी महाराज अपनी बाणी च इंज करदे ने, अणमणिया मंदल बाजे, बिन सावन घनहर गाजे। बादल बिन बरखा होई, जो तत् विचारे कोई। मेरे अंदर एक ढोल वज रहा है, नामदेव कहंदे ने, लेकिन वो चमड़े दा मड़िया होया नहीं है, पर वज रहा है। अठे पैर वज रहा है, बड़े सुर दे च वज रहा है, बड़े ताल दे च वज रहा है। अणमड़िया मंदल बाजे। अज तक दे तमाम सिरमौर भगतां ने ऐसा आख्या है कि साडे अंदर संगीत दी धुन चल रही है, राग दी धुन चल रही है। ते राग दे जन्मदाते भी संत लोग ने, भगत लोग ने। दरअसल परमात्मा की है परम सुंदरता और परम संगीत, परम रस, परम आनंद। परमात्मा नाल जुड़ना परम आनंद नाल जुड़ना है, परम संगीत नाल जुड़ना है, महान स्वप्न नाल जुड़ना है। ये ठीक है कि पुराने समय दे वैदिक ऋषियां ने भी जो ईश्वर दे गुण मने ने, इस ढंग नाल मने ने। सत्यम शिवम सुंदरम, वो सत्य है, शिवम वो प्रकाशमान है, सुंदरम वो अति सुंदर है। सत्य चित आनंद वो सत स्वरूप है, आनंद स्वरूप है। सत सुहान सदा मन चाओ। गुरु नानक देव जी महाराज कहते ने, वो सत है, सुहान वो अति सुंदर है। सदा मन चाओ वो सदी भी खड़िया है। उसदे चित दे सुंदरता है, दैवी गुणा दी स्वप्न है, परम संगीत है। तो परमात्मा नाल जैसे कोई जुड़दा है, परम संगीत नाल जुड़दा है।
परम सुहापण नाल जुड़दा है, परम आनंद नाल जुड़दा है। इस वास्ते नामदेव जी महाराज कहते ने कि मेरे अंदर परम आनंद दी छाप लगी है और मेरे अंदर दैवी गुणों की परम सुंदरता प्रगट हुई है। आप ते साफ कहते ने प्रणमे नामदेव ना के बिना ना सोहे 32 लखणा। शरीरक तल ते अगर सुंदरता दे 32 लखण भी मनुख दे कोल होवन, पर दैवी सुंदरता दैवी गुणों का जो सुहापण है ये बंदे कोल ना होवे तो 32 लक्षण भी किसी काम दे नहीं। कहो कबीर जैसे सुंदर स्वरूप नाम बिना सब कुबज करूप। भावे कितना ही सुंदर होवे, अत सुंदर कुलीन चतुर मुख ज्ञानी धनवंत, मृतक कहिए नानका जे प्रीत नहीं भगवंत। तो नामदेव जी महाराज कहते ने मेरे अंदर परम सुहापण पैदा होया है और परम आनंद पैदा होया है ते परम संगीत दियां धुनियां मेरे अंदर पैदा हो गई ने। नाद वज रहा है अणमणिया मंडल बाजे, बिन सावन घन हर गाजे। बिना सावन तो मेरे अंदर बदल गरजदे पे ने। कबीर अंबर घन हर छाया, बरख बरे सरताल, चातरिक ज्यों तरसत रहे तिनको कौन हवाल। गुरु रूपी बदल मेरे अंदर गरज रहा है, परमात्मा दा गर्जन शुरू है और अमृत नाम दी बरखा मेरे हृदय ते हो रही है। परम संगीत परम नाद मेरे अंदर छिड़िया होया है और इत्थों गल स्पष्ट हो गई, प्रभु नाल जुड़ना, परम संगीत नाल जुड़ना है, परम हरियावल नाल जुड़ना है, परम आनंद नाल जुड़ना है, परम सुहापण नाल जुड़ना है।